ਯੂਕਰੇਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਮੁਲਕ ਤੋਂ ਨਿਕਲ ਕੇ ਪੋਲੈਂਡ ਜਾਂਦੇ ਰੋਮਾਨੀਆ ਜਾਂਦਿਆਂ ਨੂੰ ਰੋਕਿਆ ਇਹ ਕਹਿ ਕੇ ਕਿ ਤੁਹਾਨੂੰ ਨਹੀਂ ਜਾਣ ਦੇਣਾ ਕਿਉਂਕਿ ਤੁਹਾਡਾ ਦੇਸ਼ ਤਾਂ ਸਾਡੀ ਮਦਦ ਨਹੀਂ ਕਰਦਾ। ਰੂਸ ਨੇ ਕਿਹਾ ਸੀਗਾ ਜੇ ਤੁਸੀਂ ਤਰੱਕੀ ਕਰਨੀ ਆ ਤੁਹਾਨੂੰ ਬਾਹਰੋਂ ਹਥਿਆਰ ਨਹੀਂ ਲਿਆ ਕੇ ਤਰੱਕੀ ਕਰ ਸਕਦੇ, ਤੁਸੀਂ ਉਹਨਾਂ ਹਥਿਆਰਾਂ ਨਾਲ ਕਿਸੇ ਆਪਣੇ ਜਿੱਥੋਂ ਮੁਲਕ ਤੋਂ ਹਥਿਆਰ ਲੈਂਦੇ ਆ ਤੁਸੀਂ ਉਹਦੇ ਵਿੱਚ ਉਹ ਹਥਿਆਰਾਂ ਨਾਲ ਉਹਨੂੰ ਨਹੀਂ ਹਰਾ ਸਕਦੇ। ਉਹਨੇ ਕਿਹਾ ਇਹ ਜੁੱਧ ਤੁਸੀਂ ਹੋਰ ਲੈਣ ਦਿਓ ਸ਼ੁਰੂ, ਜਿਹੜੇ ਮੇਰੇ ਕੋਲ ਹਥਿਆਰ ਵਾ ਤੁਸੀਂ ਦੇਖੋਗੇ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਹਥਿਆਰ ਕੀ ਹੈਗੇ ਕਿ ਯੂਕਰੇਨ ਦੇ ਰਾਹੀਂ ਨਾਟੋ ਕੰਟਰੀ ਤੇ ਅਮਰੀਕਾ ਉਹਨਾਂ ਦੀ ਪਿੱਠ ਪੂਰਦਾ ਉਹ ਚਾਹੁੰਦੇ ਆ ਕਿ ਯੂਕਰੇਨ ਨੂੰ ਬਿਲਕੁਲ ਆਪਣੇ ਨਾਲ ਮਿਲਾ ਕੇ ਨਾਟੋ 'ਚ ਲੈ ਕੇ ਉੱਥੇ ਵੈਪਨਾਂ ਦੀ ਤਮਾਮ ਵੈਪਨਾਂ ਦੀ ਉੱਥੇ ਅੱਛੀ ਤਰ੍ਹਾਂ ਉਹਨਾਂ ਨੂੰ ਉੱਥੇ ਪਹੁੰਚਾ ਕੇ ਰੂਸ ਨੂੰ ਆਪਣੇ ਟਾਰਗੇਟ ਤੇ ਲਿਆ ਕੇ ਕਿਸੇ ਵਕਤ ਵੀ ਉਹਨੂੰ ਐਸਾ ਕਮਜ਼ੋਰ ਕੀਤਾ ਜਾਵੇ ਕਿ ਰੂਸ ਕਿਸੇ ਵੀ ਪੱਖ ਤੋਂ ਯੂਰਪ ਦੇ ਨਾਲ ਅਮਰੀਕਾ ਦੇ ਨਾਲ ਅੱਗੇ ਵੱਧ ਕੇ ਜਿਹੜੀ ਸੰਘਰਸ਼ ਹੋ ਰਹੀ ਆ ਵਿਸ਼ਵ ਵਿੱਚ ਪੂਰੇ ਵਿਸ਼ਵ ਨੂੰ ਆਪਣੇ ਅੰਡਰ ਕਰਨੇ ਦੀ ਉਹ ਨਾ ਕਰ ਪਾਵੇ। ਇਹ ਪਹਿਲੀ ਵਿਸ਼ਵ ਜੰਗ ਤੇ ਦੂਸਰੀ ਵਿਸ਼ਵ ਜੰਗ ਤੋਂ ਵੀ ਇਹਦਾ ਇੱਕ ਅਲੱਗ ਤਰ੍ਹਾਂ ਨਾਲ ਔਰ ਬਹੁਤ ਡੂੰਘਾ ਅਸਰ ਪੈਣੇ ਵਾਲਾ। ਉਹਨੇ ਜਿਹੜਾ ਸੀਗਾ ਇੱਕ ਬਾਹਰਲੇ ਮੁਲਕਾਂ ਦੇ ਯੂਰਪੀਅਨ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡੀ ਦੌੜ ਲਵਾਤੀ। ਉਸ ਦੌੜ ਨੇ ਇਹਨਾਂ ਨੂੰ ਆਪਸ ਵਿੱਚ ਹੀ ਐਸਾ ਪੜਾਇਆ ਐਸਾ ਭਿੜੇ ਹੋ ਕਿ ਉਹਦੇ ਨਾਲ ਪੂਰਾ ਵਿਸ਼ਵ ਖਤਮ ਹੋਣ ਤੇ ਆ ਗਿਆ। ਕਾਰਨ ਇਹ ਸੀਗਾ ਖਤਮ ਤਾਂ ਨਹੀਂ ਹੋਇਆ ਕਿਉਂਕਿ ਉਦੋਂ ਅਜੇ ਜਿਹੜਾ ਐਟੋਮਿਕ ਬੰਬ ਸੀਗਾ ਅਮਰੀਕਾ ਕੋਲ ਸੀਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਹਰਮਨ ਪੰਦੇਰ। ਅੱਜ ਪੂਰੀ ਦੁਨੀਆ ਇੱਕ ਗਲੋਬਲ ਪਿੰਡ ਬਣ ਚੁੱਕੀ ਆ ਜਿੱਥੇ ਇੱਕ ਦੇਸ਼ ਵਿੱਚ ਜੇ ਕੋਈ ਘਟਨਾ ਵਾਪਰਦੀ ਆ ਤਾਂ ਉਹਦਾ ਪ੍ਰਭਾਵ ਦੂਜੇ ਦੇਸ਼ ਉੱਤੇ ਪੈਣਾ ਲਾਜ਼ਮੀ ਆ। ਮੈਂ ਗੱਲ ਕਰ ਰਿਹਾ ਰੂਸ ਤੇ ਯੂਕਰੇਨ ਦੀ ਜੰਗ ਦਾ, ਜਿੱਥੇ ਰੂਸ ਤੇ ਯੂਕਰੇਨ ਦੀ ਜੰਗ ਦਾ ਪ੍ਰਭਾਵ ਇਹਨਾਂ ਦੋਨੇ ਦੇਸ਼ਾਂ ਦੇ ਉੱਪਰ ਤਾਂ ਪੈ ਹੀ ਰਿਹਾ, ਇਹਦੇ ਨਾਲ ਇਸ ਦਾ ਪ੍ਰਭਾਵ ਹੋਰ ਦੇਸ਼ਾਂ ਤੇ ਵੀ ਪੈਣਾ ਲਾਜ਼ਮੀ ਆ। ਇਹ ਭਾਰਤ ਵੀ ਇਸ ਦੇ ਵਿੱਚੋਂ ਬਾਹਰ ਨਹੀਂ ਰਹਿ ਸਕਦਾ। ਭਾਰਤ ਦੀ ਬਾਰੇ ਦੇ ਵਿੱਚ ਗੱਲ, ਭਾਰਤ ਦੀ ਆਰਥਿਕ ਸਥਿਤੀ ਦੇ ਬਾਰੇ ਗੱਲ ਕਰਨ ਦੇ ਲਈ ਵੀ ਭਾਰਤ ਦੇ ਉੱਤੇ ਰੂਸ ਤੇ ਯੂਕਰੇਨ ਦੀ ਜੰਗ ਦਾ ਕੀ ਪ੍ਰਭਾਵ ਪਊਗਾ, ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਰੌਣਕੀ ਰਾਮ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ ਅਨਮਿਊਟ ਤੇ ਤੁਹਾਡਾ ਸਵਾਗਤ ਹੈ। ਧੰਨਵਾਦ। ਡਾਕਟਰ ਸਾਹਿਬ, ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਇਹ ਕਿਹਾ ਵੀ ਇੱਕ ਦੇਸ਼ ਅੱਜ ਗਲੋਬਲ ਦੁਨੀਆ ਬਣਿਆ ਹੋਇਆ, ਪੂਰੀ ਦੁਨੀਆ ਆਪਣੀ ਜਿਹੜੀ ਵੀ ਆ, ਇੱਕ ਦੇਸ਼ ਦਾ ਪ੍ਰਭਾਵ ਦੂਜੇ ਦੇ ਉੱਤੇ ਪੈਂਦਾ। ਰੂਸ ਤੇ ਯੂਕਰੇਨ ਦੀ ਜੰਗ ਦਾ ਪ੍ਰਭਾਵ ਜਿੱਥੇ ਪੂਰੀ ਦੁਨੀਆ ਤੇ ਪੈ ਰਿਹਾ, ਇਹਦਾ ਪ੍ਰਭਾਵ ਭਾਰਤ ਤੇ ਕੀ ਪਊਗਾ? ਭਾਰਤ ਦੇ ਉੱਤੇ, ਭਾਰਤ ਦੀ ਮਹਿੰਗਾਈ ਦੇ ਉੱਤੇ, ਭਾਰਤ ਦੀ ਅਰਥ ਵਿਵਸਥਾ ਦੇ ਉੱਤੇ ਇਹਦਾ ਕੀ ਪ੍ਰਭਾਵ ਪਊਗਾ? ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਹ ਜਿਹੜੀ ਬੰਦੇਰ ਜੀ ਰੂਸ ਤੇ ਯੂਕਰੇਨ ਦੀ ਲੜਾਈ ਹੈ, ਇਹ ਸਿਰਫ ਮਹਿਜ ਦੋ ਮੁਲਕਾਂ ਦੀ ਲੜਾਈ ਨਹੀਂ ਹੈਗੀ। ਬੇਸ਼ੱਕ ਇਸ ਲਈ ਰੂਸ ਤੇ ਯੂਕਰੇਨ ਇੱਕ ਦੂਜੇ ਦੇ ਨਾਲ ਸਿੰਘ ਫਸੇ ਹੋਏ ਨੇ, ਲੇਕਿਨ ਇਹਦੇ ਵਿੱਚ ਤਕਰੀਬਨ ਸਾਰਾ ਯੂਰਪ, ਅਮਰੀਕਾ, ਚਾਈਨਾ, ਇਹਨਾਂ ਦੇ ਨਾਲ ਕਿਤੇ ਨਾ ਕਿਤੇ ਤੰਦਾਂ ਜਿਹੜੀਆਂ ਨੇ ਉਹ ਜੋ ਤੁਸੀਂ ਕਿਹਾ ਆਰਥਿਕਤਾ ਦੀਆਂ ਉਹ ਜੁੜ ਚੁੱਕੀਆਂ ਨੇ। ਲੇਕਿਨ ਇਹ ਜਿਹੜਾ ਆਰਥਿਕਤਾ ਦਾ ਮੁੱਦਾ ਹੈਗਾ ਕਿ ਇਸ ਲੜਾਈ ਦਾ ਪੂਰੇ ਵਿਸ਼ਵ ਵਿੱਚ ਜਿਹੜਾ ਕਿ ਇੱਕ ਵਿਸ਼ਵੀਕਰਨ ਦੇ ਦੌਰ ਦੇ ਕਰਕੇ ਪੂਰਾ ਸੰਸਾਰੀ ਵਿਸ਼ਵਵਾਦ ਪਿੰਡ ਬਣ ਚੁੱਕਾ ਹੈਗਾ। ਵਿਸ਼ਵ ਸੰਸਾਰੀ ਪਿੰਡ ਬਣ ਗਿਆ, ਪੂਰੇ ਸੰਸਾਰੀ ਪਿੰਡ ਬਣ ਗਿਆ ਹੈਗਾ। ਉਹਦੇ 'ਤੇ ਕੀ ਅਸਰ ਪਵੇਗਾ? ਉਹਦੇ 'ਤੇ ਆਰਥਿਕਤਾ ਦੇ ਨਾਲੋਂ ਇਸ ਜਿਹੜੀ ਜੰਗ ਦਾ ਜਿਸ ਤਰ੍ਹਾਂ ਦਾ ਇਹ ਜੰਗ, ਮੈਂ ਪਹਿਲਾਂ ਇੱਕ ਹੋਰ ਗੱਲ ਕਹਿ ਦੇਵਾਂ, ਇਹ ਪਹਿਲੀ ਵਿਸ਼ਵ ਜੰਗ ਤੇ ਦੂਸਰੀ ਵਿਸ਼ਵ ਜੰਗ ਤੋਂ ਵੀ ਇਹਦਾ ਇੱਕ ਅਲੱਗ ਤਰ੍ਹਾਂ ਨਾਲ ਔਰ ਬਹੁਤ ਡੂੰਘਾ ਅਸਰ ਪੈਣੇ ਵਾਲਾ। ਇਹਨੂੰ ਸਮਝਣ ਵਾਸਤੇ ਇੱਕ ਦੋ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ। ਉਹ ਇਹ ਆ ਕਿ ਜਿਹੜੀ ਪਹਿਲੀ ਵਿਸ਼ਵ ਤੇ ਦੂਸਰੀ ਵਿਸ਼ਵ ਜੰਗ ਸੀਗੀ, ਉਹ ਜੰਗ ਦਾ ਮੇਨ ਕਾਰਨ ਜੋ ਸੀ ਉਹ ਉਸ ਵੇਲੇ ਦੇ ਜਿਹੜੇ ਯੂਰਪ ਦੀਆਂ ਸ਼ਕਤੀਆਂ ਸੀ, ਮਹਾਨ ਸ਼ਕਤੀਆਂ ਨਹੀਂ, ਉਹਨੂੰ ਗ੍ਰੇਟ ਪਾਵਰ ਕਹਿੰਦੇ ਸੀਗੇ, ਸੁਪਰ ਪਾਵਰ ਨਹੀਂ ਕਹਿੰਦੇ ਸੀਗੇ। ਉਹ ਮਹਾਨ ਸ਼ਕਤੀਆਂ ਸੀਗੀਆਂ, ਜਿਹੜਾ ਮਹਾਨ ਸ਼ਕਤੀਆਂ ਨਹੀਂ ਸੀਗੀਆਂ, ਉਹ ਗ੍ਰੇਟ ਪਾਵਰ ਸੀਗੀਆਂ ਲੇਕਿਨ ਸੁਪਰ ਪਾਵਰ ਨਹੀਂ ਸੀਗੀਆਂ। ਅਤੇ ਉਹ ਜਿਹੜੀਆਂ ਸ਼ਕਤੀਆਂ ਸੀਗੀਆਂ ਉਹ ਕੌਣ ਸੀਗੀਆਂ? ਜਿਨ੍ਹਾਂ ਨੇ ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਮੁਲਕਾਂ ਦੀਆਂ ਬਹੁਤ ਵੱਡੇ ਖਿੱਤੇ ਦੇ ਵਿੱਚ ਉੱਥੇ ਆਪਣਾ ਗਲਬਾ ਜਮਾਉਣ ਲਈ ਉਹਨਾਂ ਦੀ ਜਾ ਕੇ ਸ਼ਿਰਕਤ ਸ਼ੁਰੂ ਕੀਤੀ ਹੋਈ ਸੀ ਅਤੇ ਆਪਸ ਵਿੱਚ ਹੀ ਲੜ ਰਹੇ ਸਨ। ਅਤੇ ਉਹਨਾਂ ਦੀ ਮੇਨ ਕਾਰਨ ਸੀਗਾ ਕਿ ਕਿਵੇਂ
ਇੱਕ ਦੂਜੇ ਨੂੰ ਪਛਾੜ ਕੇ ਤੇ ਸਾਰੇ ਦਾ ਸਾਰਾ ਏਸ਼ੀਆ, ਅਫਰੀਕਾ ਔਰ ਲੈਟਨ ਅਮਰੀਕਾ ਜਿਹੜਾ ਹੈਗਾ ਉਹਦੇ ਤੇ ਉਹਨਾਂ ਦਾ ਕਬਜ਼ਾ ਜਿਹੜਾ ਕਾਬਜ ਹੋ ਪਾਉਣ। ਉਸ ਕਰਕੇ ਇਹਨੂੰ ਕਹਿੰਦੇ ਆ ਜਿਹੜੀ ਇੰਪੀਰੀਅਲ ਵਾਰ, ਜਿਹੜੀਆਂ ਇੰਪੀਰੀਅਲਿਸਟਿਕ ਪਾਵਰ ਸੀਗੀਆਂ, ਉਹ ਪਾਵਰ ਜਿਹੜੀਆਂ ਆਪਣੀਆਂ ਖੇਤਰੀ ਜਾਂ ਆਪਣੀਆਂ ਕੌਮੀ ਮੰਡੀਆਂ ਤੋਂ ਉਹਨਾਂ ਦੀ ਸੰਤੁਸ਼ਟੀ ਨਹੀਂ ਸੀ ਤੇ ਆਪਣੇ ਕੌਮੀ ਅਦਾਰਿਆਂ ਤੋਂ ਜਿੱਥੋਂ ਸੋਮੇ ਸੀ ਉਹਦੇ 'ਚ ਉਹਨਾਂ ਦਾ ਢਿੱਡ ਨਹੀਂ ਭਰਦਾ ਸੀਗਾ। ਕਿਉਂਕਿ ਜਿਹੜੀ ਫਸਟ ਵਿਸ਼ਵ ਯੁੱਧ ਸੀਗੀ ਉਸ ਤੋਂ ਪਹਿਲਾਂ ਕਾਫੀ ਸਮੇਂ ਪਹਿਲਾਂ, ਮਤਲਬ 100 ਸਾਲ ਪਹਿਲਾਂ, 150 ਸਾਲ ਪਹਿਲਾਂ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਵਿਸ਼ਵ ਵਿੱਚ। ਉਹ ਪ੍ਰਕਿਰਿਆ ਸੀ ਖੇਤੀਬਾੜੀ ਪ੍ਰਧਾਨ ਆਰਥਿਕਤਾ ਤੋਂ ਤਬਦੀਲ ਹੋ ਕੇ ਸੰਸਾਰ ਵਿੱਚ ਜਿਹੜੀ ਇੰਡਸਟਰੀ ਸੀਗੀ, ਕਾਰਖਾਨਾ ਬਾਦ ਸੀਗਾ, ਉਹਦੇ ਬਾਅਦ ਨਵੀਂ ਆਰਥਿਕਤਾ ਆ ਗਈ ਸੀਗੀ। ਹੁਣ ਖੇਤੀਬਾੜੀ ਜਿਹੜਾ ਪ੍ਰਧਾਨ, ਜਿਹਨੂੰ ਆਪਾਂ ਕਹਿੰਦੇ ਐਗਰੀਕਲਚਰ ਮੋਡ ਆਫ ਪ੍ਰੋਡਕਸ਼ਨ, ਉਹਦੇ ਦੌਰਾਨ ਇੰਨਾ ਪ੍ਰੋਫਿਟ, ਸਿਰਫ ਪ੍ਰੋਫਿਟ, ਲਾਭ ਅਤੇ ਸਿਰਫ ਲਾਭ ਲਈ ਹੀ ਉਹਨੂੰ ਮੈਂ ਸਮਝਾ ਦੇਵਾਂ ਸੌਖੇ ਸ਼ਬਦਾਂ 'ਚ ਕਿ ਭੋਜਨ ਉਗਾਇਆ ਸਿਰਫ ਆਪਣੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਸਨ ਉਹਨੂੰ ਪੂਰਾ ਕਰਨ ਵਾਸਤੇ ਨਹੀਂ। ਕੈਪੀਟਲਿਜ਼ਮ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਕਾਰਖਾਨਾ ਦਾ ਸਿਸਟਮ ਦੌਰਾਨ ਭੋਜਨ ਇਸ ਲਈ ਉਗਾਇਆ ਜਾਂਦਾ ਸੀ ਕਿ ਇਹ ਤੋਂ ਪ੍ਰੋਫਿਟ ਹੁੰਦਾ ਹੈਗਾ। ਬਿਲਕੁਲ। ਤਾਂ ਜੇ ਪ੍ਰੋਫਿਟ ਨਹੀਂ ਹੁੰਦਾ ਭੋਜਨ ਤੋਂ, ਫਿਰ ਇਹਨੂੰ ਨਹੀਂ ਉਗਾਉਣਾ ਹੈਗਾ, ਭਾਵੇਂ ਉਹ ਖਰਾਬ ਪਿਆ ਰਹੇ, ਲੇਕਿਨ ਪ੍ਰੋਫਿਟ ਹੁੰਦਾ ਤਾਂ ਠੀਕ ਹੈ। ਉਹਨੇ ਜਿਹੜਾ ਸੀਗਾ ਇੱਕ ਬਾਹਰਲੇ ਮੁਲਕਾਂ ਦੇ, ਯੂਰਪੀਅਨ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡੀ ਦੌੜ ਲਵਾਤੀ। ਉਸ ਦੌੜ ਨੇ ਇਹਨਾਂ ਨੂੰ ਆਪਸ ਵਿੱਚ ਹੀ ਐਸਾ ਪੜਾਇਆ, ਐਸਾ ਭਿੜੇ ਹੋ ਕਿ ਉਹਦੇ ਨਾਲ ਪੂਰਾ ਵਿਸ਼ਵ ਖਤਮ ਹੋਣ 'ਤੇ ਆ ਗਿਆ। ਕੁਆਰ ਇਹ ਸੀਗਾ ਖਤਮ ਤਾਂ ਨਹੀਂ ਹੋਇਆ ਕਿਉਂਕਿ ਉਦੋਂ ਅਜੇ ਜਿਹੜਾ ਅਟੋਮਿਕ ਬੰਬ ਸੀਗਾ ਉਹ ਇਕੱਲਾ ਰੂਸ, ਦੂਜੇ ਅਮਰੀਕਾ ਕੋਲ ਸੀਗਾ। ਹਿਟਲਰ ਵੀ ਬਹੁਤ ਨਜ਼ਦੀਕ ਪਹੁੰਚ ਗਿਆ ਸੀ ਬੰਬ ਬਣਾਉਣ ਦੇ, ਉਹ ਬਿਲਕੁਲ ਨਜ਼ਦੀਕ ਸੀਗਾ। ਤੇ ਸਟਾਲਿਨ ਜਿਹੜਾ ਸੀਗਾ ਉਹ ਵੀ ਮਤਲਬ ਕਿ ਬੰਬ ਬਣਾਉਣ ਦੇ ਫਸਟ ਯੁੱਧ ਜਿਹੜਾ ਸੀਗਾ, ਉਸ ਤੋਂ ਬਾਅਦ ਆ ਜਿਹੜਾ ਸੈਕੰਡ ਯੁੱਧ ਆਇਆ ਉਹਦੇ 'ਤੇ ਗੱਲ ਹੋਇਆ। ਪਹਿਲੇ ਯੁੱਧ 'ਚ ਤਾਂ ਬੰਬਾਂ ਦੀ ਗੱਲ ਨਹੀਂ ਸੀਗੀ, ਉਹ ਤਾਂ ਉਦੋਂ ਤਾਂ ਹਜੇ ਆਪਣੇ ਲੈਨਨ ਉਹਨਾਂ ਨੇ ਸ਼ੁਰੂ ਕੀਤਾ ਸੀ, ਪਰ ਬਹੁਤ ਵੱਡੀ ਅਚੀਵਮੈਂਟ ਸੀਗੀ। ਦੇਖੋ ਤੁਸੀਂ ਹੈਰਾਨਗੀ ਇਸ ਗੱਲ ਦੀ ਹੈ ਕਿ ਪਹਿਲਾ ਵਿਸ਼ਵ ਯੁੱਧ ਸਭ ਨੂੰ ਯਾਦ ਹੈ, ਲੇਕਿਨ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਹੀ ਜਿਹੜੀ ਸਾਨੂੰ ਨਵਾਂ ਇੱਕ ਸਿਸਟਮ ਦਾ ਜਨਮ ਹੋਇਆ ਸੀ ਉਹ ਸੀਗਾ ਸੋਸ਼ਲਿਸਟ ਇਕੋਨਮੀ। ਹਾਂਜੀ। ਜਿਹੜਾ ਸੋਵੀਅਤ ਯੂਨੀਅਨ, ਸੋਵੀਅਤ ਯੂਨੀਅਨ ਜਿਹੜਾ ਉਦੋਂ ਬਣਿਆ ਸੀਗਾ 1917 ਦੇ ਵਿੱਚ ਜੀ। ਹੁਣ ਉਹ ਜਦੋਂ ਬਣ ਗਿਆ ਉਹਦੇ ਦੌਰਾਨ ਇੱਕ ਬਹੁਤ ਵੱਡੀ, ਜੋ ਮੈਂ ਤੁਹਾਡੀ ਗੱਲ ਕਹਿਣੀ ਚਾਹੁੰਦਾ ਸੀ, ਹੁਣ ਜਿਹੜੀ ਅੱਜ ਦੀ ਲੜਾਈ ਹੈ ਦਾ ਕੀ ਅਸਰ ਹੈ, ਇਕੱਲੀ ਆਰਥਿਕਤਾ 'ਤੇ ਹੈ। ਉਸ ਵੇਲੇ ਦੀਆਂ ਦੋ ਲੜਾਈਆਂ ਨੇ ਵਿਸ਼ਵ ਦਾ ਇੱਕ ਵੱਖਰਾ ਰੂਪ ਬਣਾ ਦਿੱਤਾ, ਇੱਕ ਨਵਾਂ ਰੂਪ ਲੈ ਕੇ ਆਇਆ। ਇਹ ਜਿਹੜੀ ਲੜਾਈ ਆ ਇਹ ਇਕੱਲੀ ਹੁਣ ਸਿਰਫ ਅਤੇ ਸਿਰਫ ਯੂਰਪੀਅਨ ਜਿਹੜੀਆਂ ਇੰਪੀਰੀਅਲ ਪਾਵਰ ਹੈਗੀਆਂ ਉਹਨਾਂ ਵਿੱਚ ਨਹੀਂ, ਦੂਜੀ ਯੁੱਧ ਦੀ ਤਰ੍ਹਾਂ ਵੀ ਯੂਰਪੀਅਨ ਇੰਪੀਰੀਅਲ ਪਾਵਰ ਵਿੱਚ ਨਹੀਂ। ਭਾਵੇਂ ਦੂਜੀ ਵਿਸ਼ਵ ਯੁੱਧ ਦੇ ਦੌਰਾਨ ਜਾਪਾਨ ਇਨਵੋਲਵ ਸੀਗਾ, ਪਰ ਜਾਪਾਨ ਤੇ ਏਸ਼ੀਅਨ ਪਾਵਰ ਸੀਗੀ ਨਾ, ਉਹ ਇਨਵੋਲਵ ਸੀਗਾ। ਪਰ ਹੁਣ ਜਿਹੜਾ ਹੈਗਾ ਇਸ ਲਈ ਮੇਨ ਕਾਰਨ ਇਹ ਆ ਕਿ ਯੂਕਰੇਨ ਦੇ ਰਾਹੀਂ ਨਾਟੋ ਕੰਟਰੀ ਤੇ ਅਮਰੀਕਾ ਉਹਨਾਂ ਦੀ ਪਿੱਠ ਪੂਰਦਾ, ਉਹ ਚਾਹੁੰਦੇ ਆ ਕਿ ਯੂਕਰੇਨ ਨੂੰ ਬਿਲਕੁਲ ਆਪਣੇ ਨਾਲ ਮਿਲਾ ਕੇ ਨਾਟੋ 'ਚ ਲੈ ਕੇ ਉੱਥੇ ਵੈਪਨਾਂ ਦੀ, ਤਮਾਮ ਵੈਪਨਾਂ ਦੀ ਉੱਥੇ ਅੱਛੀ ਤਰ੍ਹਾਂ ਉਹਨਾਂ ਨੂੰ ਉੱਥੇ ਪਹੁੰਚਾ ਕੇ ਰੂਸ ਨੂੰ ਆਪਣੇ ਟਾਰਗੇਟ 'ਤੇ ਲਿਆ ਕੇ ਕਿਸੇ ਵਕਤ ਵੀ ਉਹਨੂੰ ਐਸਾ ਕਮਜ਼ੋਰ ਕੀਤਾ ਜਾਵੇ ਕਿ ਰੂਸ ਕਿਸੇ ਵੀ ਪੱਖ ਤੋਂ ਯੂਰਪ ਦੇ ਨਾਲ, ਅਮਰੀਕਾ ਦੇ ਨਾਲ ਅੱਗੇ ਵੱਧ ਕੇ ਜਿਹੜੀ ਸੰਘਰਸ਼ ਹੋ ਰਹੀ ਆ ਵਿਸ਼ਵ ਵਿੱਚ, ਪੂਰੇ ਵਿਸ਼ਵ ਨੂੰ ਆਪਣੇ ਅੰਡਰ ਕਰਨੇ ਦੀ, ਉਹ ਨਾ ਕਰ ਪਾਵੇ। ਅਤੇ ਸਾਨੂੰ ਚਾਈਨਾ ਨੂੰ ਖਦੇੜਨ ਵਾਸਤੇ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪੈਣੀ, ਫਿਰ ਤਾਂ ਰੂਸ ਰਹਿਣਾ ਨਹੀਂ, ਇਕੱਲਾ ਚਾਈਨਾ ਹੋਊਗਾ। ਇਹਦੇ ਕਰਕੇ ਜੰਗ ਲੱਗੀ ਆ ਜਿਹਦੇ 'ਚ ਸਾਰੇ ਇਨਵੋਲਵ ਨੇ। ਹੁਣ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਆਰਥਿਕਤਾ 'ਤੇ ਕੀ ਅਸਰ ਪਵੇਗਾ। ਸਵਾਲ ਇਹ ਹੈ ਕਿ ਆਰਥਿਕਤਾ ਦੀ ਅਸਰ ਤਾਂ ਬਹੁਤ ਪਵੇਗਾ, ਲੇਕਿਨ ਜਿਹੜਾ ਇਸ ਪੂਰੇ ਯੁੱਧ ਦੇ ਦੌਰਾਨ ਰਾਜਨੀਤਿਕ ਅਦਲਾ ਬਦਲੀ ਹੋਣੀ ਆ, ਉਹਨੇ ਜਿਹੜੀਆਂ ਮੇਜਰ ਆਰਥਿਕ ਤਬਦੀਲੀਆਂ ਲਿਆਉਣੀਆਂ, ਉਹਦਾ ਹਜੇ ਸਾਨੂੰ ਪੂਰਾ ਇਲਮ ਨਹੀਂ ਹੈਗਾ। ਕਿਉਂਕਿ ਕਿਸ ਤਰ੍ਹਾਂ, ਕਿਸ ਪਾਸੇ ਇਹ ਜਾ ਕੇ ਡਿੱਗਦਾ ਇਸ ਤਰ੍ਹਾਂ ਸਿੱਕਾ ਹੈਗਾ, ਤਾਂ ਕਿ ਅਸੀਂ ਅੱਛੀ ਤਰ੍ਹਾਂ ਸਮਝ ਲਈਏ ਕਿ ਭਾਰਤ ਵਾਸਤੇ ਕੀ ਹੋਊਗਾ। ਲੇਕਿਨ ਇੱਕ ਬਾਤ ਬੜੀ ਸਾਫ਼ ਨਜ਼ਰ ਆਉਂਦੀ ਆ, ਭਾਰਤ ਨੇ ਬਹੁਤ ਵੱਡਾ ਸਟੈਂਡ ਲਿਆ ਹੈਗਾ ਜੀ। ਭਾਰਤ ਨੇ ਇੰਨਾ ਵੱਡਾ ਸਟੈਂਡ ਲਿਆ, ਭਾਰਤ ਨੇ ਯੂਰਪੀਅਨ ਮੁਲਕਾਂ ਦੇ ਨਾਲ, ਅਮਰੀਕਾ ਦੇ ਨਾਲ ਆਪਣਾ ਜਿਹੜੀ ਹਾਂ ਨਹੀਂ ਮਿਲਾਈ, ਯੂਐਨਓ ਦੇ ਵਿੱਚੋਂ, ਜਨਰਲ ਅਸੈਂਬਲੀ ਵਿੱਚੋਂ ਬਾਹਰ ਆਉਂਦਾ ਰਿਹਾ। ਕਿਉਂਕਿ
ਉਹਨੂੰ ਪਤਾ ਹੈ ਕਿ ਭਾਰਤ ਦੀ ਇੱਕ ਨੀਤੀ ਰਹੀ ਆ। ਮੈਂ ਇੱਥੇ ਇੱਕ ਹੋਰ ਗੱਲ ਕਲੀਅਰ ਕਰ ਦੇਵਾਂ, ਸਰਕਾਰਾਂ ਕੋਈ ਵੀ ਹੋਣ, ਚਾਹੇ ਉਹ ਐਨਡੀਏ ਆ, ਚਾਹੇ ਉਹ ਯੂਪੀਏ ਆ, ਚਾਹੇ ਕੋਈ ਵੀ ਹੋਵੇ ਸਰਕਾਰ, ਚਾਹੇ ਉਹ ਜਨਤਾ ਪਾਰਟੀ ਦੀ ਸੀ ਕਿਸੇ ਵੇਲੇ, ਜਿਹੜੀ ਕਿਸੇ ਦੇਸ਼ ਦੀ ਫੋਰਨ ਪਾਲਿਸੀ ਆ, ਉਹਦੀ ਵਿਦੇਸ਼ੀ ਨੀਤੀ ਆ, ਉਹਦੇ ਕੋਈ ਖਾਸ ਫੈਕਟਰ ਹੁੰਦੇ ਆ। ਉਹ ਫੈਕਟਰ ਉਸ ਵਿਦੇਸ਼ੀ ਨੀਤੀ ਨੂੰ ਉਸ ਦੇਸ਼ ਦੀ ਬਹੁਤਾ ਇੱਧਰ ਉੱਧਰ ਹਿੱਲਣ ਨਹੀਂ ਦਿੰਦੇ। ਉਹਦੀ ਪੈੜ ਵੱਜੀ ਹੁੰਦੀ ਆ, ਜੇ ਤੁਸੀਂ ਉਹ ਪੈੜ ਤੋਂ ਹਿੱਲੂਗੇ ਨਾ ਤਾਂ ਸਾਰਾ ਢਾਂਚਾ ਗਿਰ ਜਾਂਦਾ ਹੈ। ਤਾਂ ਭਾਰਤ ਨੇ ਹੁਣ ਤੱਕ ਆਪਣੀ ਉਹ ਨਿਸ਼ਾਨਦੇਹੀ ਜਿਹੜੀ ਸੀਗੀ ਨੌਨ ਅਲਾਈਨਮੈਂਟ ਦੀ ਇਸ ਲਈ ਵੀ ਸ਼ੋਅ ਕੀਤੀ ਆ। ਬੇਸ਼ੱਕ ਨੌਨ ਅਲਾਈਨਮੈਂਟ ਉੱਦਾਂ ਜਿੰਦਾ ਨਹੀਂ ਹੈਗੀ। ਭਾਰਤ ਨੇ ਨਾ ਤਾਂ ਇਸ ਲਈ ਖੁੱਲ੍ਹ ਕੇ ਕਿਹਾ ਕਿ ਰੂਸ ਜੋ ਕਰਦਾ ਪਿਆ ਉਹ ਬਿਲਕੁਲ ਠੀਕ ਹੈ, ਨਾ ਕਿ ਉਹਨਾਂ ਨੂੰ ਭਾਰਤ ਨੇ ਆਪਣੀ ਨੀਤੀ ਰੱਖੀ ਹੈ, ਕਿਉਂਕਿ ਇਹ ਦੋ ਯੁੱਧ ਉਹਨਾਂ ਮਹਾਸ਼ਕਤੀਆਂ ਵਿੱਚ ਹੋਣ ਜਾ ਰਿਹਾ ਜਿਹੜੀਆਂ ਪੂਰੇ ਵਿਸ਼ਵ ਨੂੰ ਆਪਣੇ ਗੁੱਠੇ ਥੱਲੇ ਰੱਖਣਾ ਚਾਹੁੰਦੀਆਂ ਨੇ। ਲੇਕਿਨ ਇਸ ਲਈ ਜੋ ਭਾਰਤ ਨਾਲ ਸਾਡੇ ਸੰਬੰਧ ਬਣੂਗੇ ਰੂਸ ਦੇ, ਅਗਰ ਉਹ ਇਹ 'ਚ ਜੇਤੂ ਇਕਰਾਰ ਹੁੰਦਾ ਹੈਗਾ, ਜਾਂ ਫਿਰ ਅਮਰੀਕਾ ਦੇ ਨਾਲ, ਯੂਰਪ ਦੇ ਨਾਲ ਸਾਡੇ ਜੋ ਸੰਬੰਧ ਬਣੂਗੇ, ਉਹਨੂੰ ਲੈ ਕੇ ਸਾਡੀ ਆਰਥਿਕਤਾ 'ਤੇ ਕੀ ਪ੍ਰਭਾਵ ਪਊਗੇ ਉਹ ਆਪਾਂ ਹਜੇ ਕੁਝ ਸਮੇਂ ਦੇ ਬਾਅਦ ਸਾਨੂੰ ਕਲੀਅਰ ਹੋਣਗੇ। ਪਰੰਤੂ ਇੱਕ ਗੱਲ ਹੈਗੀ ਆ ਕਿ ਇਸ ਲਈ ਭਾਰਤ ਨੇ ਉਹਨਾਂ ਦੇਸ਼ਾਂ ਵਿੱਚ, ਜਿਨ੍ਹਾਂ ਦੇਸ਼ਾਂ ਦੇ ਉਹ ਸਮਝਦਾਰ ਦਾਨਸ਼ਵਰ ਲੋਕ ਇਹ ਸਮਝਦੇ ਆ ਕਿ ਭਾਰਤ ਜਿਹੜਾ ਹੈਗਾ ਉਹ ਇੱਕ ਸ਼ਾਂਤੀ ਦਾ ਦੂਤ ਬਣਦਾ ਪੂਰੇ ਵਿਸ਼ਵ 'ਚ। ਭਾਰਤ ਜਿਹੜਾ ਹੈਗਾ ਉਹ ਹਮੇਸ਼ਾ ਹੀ ਸ਼ਾਂਤੀ ਦੇ ਪੱਧਰ ਨੂੰ ਲੈ ਕੇ ਸਰਗਰਮ ਰਿਹਾ, ਚਾਹੇ ਉਹ ਪੰਚਸ਼ੀਲ ਪਾਲਿਸੀ ਸੀ ਜਵਾਹਰ ਲਾਲ ਨਹਿਰੂ ਦੀ। ਚਾਈਨਾ ਨੂੰ ਵੀ ਉਹ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਸਾਡੇ ਪਾਸੇ ਨਾ ਆਵੋ। ਇਸ ਲਈ ਚਾਈਨਾ ਨੂੰ ਵੀ ਇਸ ਗੱਲ ਦੀ ਖਬਰ ਹੋ ਗਈ ਹੈ ਕਿ ਭਾਰਤ ਜਿਹੜਾ ਹੈਗਾ ਉਹ ਇਹ ਸਿਵਲਾਈਜੇਸ਼ਨਲ ਨੇਸ਼ਨ ਹੈਗਾ, ਇਹ ਸਿਵਲਾਈਜੇਸ਼ਨ ਇਹਦਾ ਹੈਗਾ। ਸਾਨੂੰ ਆਪਣਾ ਜਿਹੜਾ ਉਹ ਕਰੈਕਟਰ ਹੈ, ਜਿੱਦਾਂ ਅਸੀਂ ਅੰਤਰਰਾਸ਼ਟਰੀ ਲੈਵਲ 'ਤੇ ਵਧੀਆ ਉਤਰੇ ਆ, ਸਾਨੂੰ ਆਪਣੇ ਨੈਸ਼ਨਲ ਲੈਵਲ 'ਤੇ ਵੀ ਉਸ ਤਰ੍ਹਾਂ ਹੀ ਅਗਰ ਵਧੀਆ ਅੱਗੇ ਵਧਾਂਗੇ ਤਾਂ ਸਾਡੀ ਇੱਕ ਵੱਖਰੀ ਪਹਿਚਾਣ ਬਣਦੀ ਹੈ। ਕਿਉਂਕਿ ਇਹ ਜਿਹੜਾ ਨਜ਼ਰੀਆ ਹੈ ਇਹ ਟੈਗੋਰ ਦਾ ਨਜ਼ਰੀਆ ਸੀਗਾ, ਇਹ ਅਰਬਿੰਦੋ ਦਾ ਨਜ਼ਰੀਆ ਸੀਗਾ, ਇਹ ਉਹਨਾਂ ਨੇ ਸੋਚਿਆ ਸੀਗਾ ਸਾਡਾ ਰੋਲ ਕੀ ਹੋਊਗਾ। ਉਹਦੇ ਨਾਲ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਭਾਰਤ ਨੇ ਇਸ ਯੁੱਧ ਤੋਂ ਬਾਅਦ ਆਰਥਿਕਤਾ ਦਾ ਤਾਂ ਅਸੀਂ ਹਜੇ ਲੇਖਾ ਜੋਖਾ ਕਰਾਂਗੇ, ਲੇਕਿਨ ਆਉਣ ਵਾਲੇ ਸਮੇਂ 'ਚ ਭਾਰਤ ਨੇ ਰਾਜਨੀਤਿਕ ਤੌਰ ਦੇ ਉੱਤੇ, ਡਿਪਲੋਮੈਟਿਕ ਤੌਰ ਦੇ ਉੱਤੇ ਜੋ ਆਪਣੀ ਪਹਿਚਾਣ ਬਣਾਈ ਆ ਉਹ ਬਹੁਤ ਹੀ ਆਲਾ ਔਰ ਉਹਦਾ ਬਹੁਤ ਅਸਰ ਪੜਨੇ ਵਾਲਾ ਹੈਗਾ, ਬਹੁਤ ਬਿਹਤਰੀਨ ਹੋਏਗਾ। ਭਾਵੇਂ ਯੂਕਰੇਨੀਆਂ ਨੇ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਮੁਲਕ ਤੋਂ ਨਿਕਲ ਕੇ ਪੋਲੈਂਡ ਜਾਂਦੇ, ਰੋਮਾਨੀਆ ਜਾਂਦਿਆਂ ਨੂੰ ਰੋਕਿਆ ਹੈ ਕਹਿ ਕੇ ਕਿ ਤੁਹਾਨੂੰ ਨਹੀਂ ਜਾਣ ਦੇਣਾ ਕਿਉਂਕਿ ਤੁਹਾਡਾ ਦੇਸ਼ ਤਾਂ ਸਾਡੀ ਮਦਦ ਨਹੀਂ ਕਰਦਾ। ਪਰ ਭਾਰਤ ਨੇ ਉਹਦੀ, ਕਿਉਂਕਿ ਉਹ ਸਾਡੇ ਵਿਦਿਆਰਥੀ ਨੂੰ ਢਾਲ ਬਣਾ ਕੇ ਵਰਤਣਾ ਚਾਹੁੰਦਾ ਸੀ। ਹਿਟਲਰ ਨੇ ਵੀ ਇਹੋ ਕੁਝ ਕੀਤਾ ਸੀਗਾ, ਲੇਕਿਨ ਅਸੀਂ ਕਿਹਾ ਨਹੀਂ, ਸਾਡੀ ਇੱਕ ਆਪਣੀ ਨੀਤੀ ਆ ਉਹ ਬੰਦੇ ਰੱਖਾਂਗੇ। ਇਸ ਲਈ ਇਹ ਮੁੱਦਾ ਜਿਹੜਾ ਤੁਸੀਂ ਅੱਜ ਰੇਜ਼ ਕੀਤਾ ਬੜਾ ਇੰਪੋਰਟੈਂਟ ਹੈ। ਆਰਥਿਕਤਾ ਤਾਂ ਬਣੀ ਰਹੇਗੀ ਜਦੋਂ ਤੁਹਾਡੀ ਆਪਣੀ ਜਿਹੜੀ ਪ੍ਰਭੂਸੱਤਾ ਹੈ ਉਹਨੂੰ ਸ਼ਕਤੀ ਮਿਲਦੀ ਹੈ। ਕਿਉਂਕਿ 1990 ਦੇ ਵਿੱਚ ਜਦੋਂ ਬਾਅਦ ਵਿੱਚ ਰਿਸੈਸ਼ਨ ਆਇਆ ਸੀ ਤਾਂ ਮਨਮੋਹਨ ਸਿੰਘ ਹੋਣਾ ਨੇ, ਸਰਕਾਰ ਦੇ ਉਹ ਪ੍ਰਧਾਨ ਮੰਤਰੀ ਸਨ ਭਾਰਤ ਦੇ, ਉਹਨਾਂ ਨੇ ਸਾਨੂੰ ਉਹ ਜਿਹੜੀ ਸੰਕਟ ਘੜੀ ਸੀਗੀ ਉਹਦੇ ਵਿੱਚ ਵਿਦਵਾਨਾਂ ਨੇ, ਇਕੋਨੋਮਿਸਟਾਂ ਨੇ ਭਾਰਤ ਨੂੰ ਬਹੁਤੇ ਅਸਰ ਹੋਣ ਦਿੱਤਾ ਨਹੀਂ। ਸਾਰੇ ਵਿਸ਼ਵ 'ਚ ਰਿਸੈਸ਼ਨ ਸੀਗਾ, ਸਾਡੇ ਇੱਥੇ ਕੋਈ ਰਿਸੈਸ਼ਨ ਨਹੀਂ ਸੀਗਾ। ਸਾਨੂੰ ਦੇਖਣਾ ਪਵੇਗਾ ਕਿ ਅਸੀਂ ਆਪਣਾ ਕਿਵੇਂ ਆਪਣੇ ਆਪ ਨੂੰ ਇਹਨਾਂ ਹਾਲਾਤਾਂ 'ਚ ਇੱਕ ਝੂੰਝਦੇ ਹੋਏ ਸ਼ਾਂਤੀ ਦੇ ਅਗਰ ਦੂਤ ਬਣ ਕੇ ਵਿਸ਼ਵ 'ਚ ਸਥਾਈ ਤਰੀਕੇ ਨਾਲ ਜੋ, ਕਿਉਂਕਿ ਇਹ ਜਿਹੜੀ ਭਾਰਤ ਦਾ ਰੋਲ ਹੈ ਉਹਦੇ ਨਾਲ ਵਿਸ਼ਵ 'ਚ ਹੋਰ ਸਥਿਰਤਾ ਆਏਗੀ, ਨਹੀਂ ਤਾਂ ਇੱਕ ਤਰਫਾ ਗੱਲ ਬਣ ਜਾਣੀ ਹੋ ਜਾਣੀ ਸੀਗੀ। ਹੁਣ ਉਹ ਸਮੇਂ ਦੱਸੇਗਾ ਕਿ ਸਾਡੀ ਆਰਥਿਕਤਾ ਕਿਵੇਂ ਪ੍ਰਭਾਵਿਤ ਹੁੰਦੀ ਹੈ। ਲੇਕਿਨ ਇਹਦੇ 'ਚ ਦੋ ਰਾਏ ਨਹੀਂ ਕਿ ਜਦੋਂ ਵਿਸ਼ਵ ਯੁੱਧ ਹੁੰਦੇ ਆ ਜਾਂ ਇੱਦਾਂ ਦੀਆਂ ਵੱਡੀਆਂ ਵਿਸ਼ਵ ਪੱਧਰ ਦੇ ਉੱਤੇ ਜੋ ਐਕਟੀਵਿਟੀਜ਼ ਹੁੰਦੀਆਂ ਨੇ, ਕਿਰਿਆਵਾਂ ਹੁੰਦੀਆਂ ਨੇ, ਉਹਨਾਂ ਦਾ ਦੇਸ਼ ਦੀਆਂ ਆਰਥਿਕਤਾ 'ਤੇ ਅਸਰ ਤਾਂ ਜ਼ਰੂਰ ਪੈਂਦਾ ਹੈ। ਕਿਉਂਕਿ 71 ਵਾਰ ਤੋਂ ਬਾਅਦ, 62 ਵਾਰ ਤੋਂ ਬਾਅਦ, ਪਰ ਅਸੀਂ ਦੇਖਿਆ ਕਿ 62 ਵਾਰ ਤੋਂ ਬਾਅਦ ਵੀ ਸਾਨੂੰ ਬੜੀ ਸ਼ਕਤੀ ਮਿਲੀ ਹੈ, ਭਾਵੇਂ ਅਸੀਂ ਉਹ 'ਚ ਹਾਰੇ ਸੀਗੇ। 71 ਤੋਂ ਬਾਅਦ ਇੱਕ ਭਾਰਤ ਦਾ ਵੱਖਰਾ ਰੂਪ ਆਇਆ ਸੀਗਾ। ਉਹ ਜੋ 98 ਵਿੱਚ ਆ ਕੇ ਨਿਊਕਲੀਅਰ ਵੈਪਨ ਜੋ ਟੈਸਟ ਕੀਤੇ ਆ ਵਿਸ਼ਵ 'ਚ, ਉਹ ਇੱਕ ਵੱਖਰੀ ਪਹਿਚਾਣ ਬਣਾ ਪਾਇਆ। ਹੁਣ ਇਹ ਤੋਂ ਅੱਗੇ ਮੈਂ ਗੱਲ ਕਰਾਂ ਵੀ ਨਾ ਜਿਹੜੇ ਭਾਰਤ ਦੇ ਨਾ ਇਹਦੇ ਨਾਲ ਕਿਹੜੇ ਕਿਹੜੇ ਸੈਕਟਰ ਪ੍ਰਭਾਵਿਤ ਹੋਣਗੇ। ਲੱਗਦਾ ਵੀ ਕੋਈ ਜਿਵੇਂ ਭਾਰਤ ਦੇ ਵਿੱਚੋਂ ਜਿਹੜੀ ਚਾਹ ਦੇ ਆ ਉੱਥੇ ਯੂਰੇਨੀਅਮ ਤੇ ਉਹਦੇ ਰੂਸ ਦੇ ਵਿੱਚ ਜਾਂਦੀ ਸੀ, ਉਹਦੇ ਨਾਲ ਖੇਤੀਬਾੜੀ ਸੈਕਟਰ ਪ੍ਰਭਾਵਿਤ ਹੋਊਗਾ। ਜਿਵੇਂ ਮੈਂ ਹੋਰ ਵੀ ਦੇਖਦਾ ਸੀਗਾ ਵੀ ਡਾਲਰ ਦੀ ਕੀਮਤ ਆ ਜਿਹੜੀ 75 ਰੁਪਈਏ 'ਤੇ ਸੀਗੀ ਅਮਰੀਕਨ ਡਾਲਰ ਦੀ, ਉਹ 77 'ਤੇ ਪਹੁੰਚ ਗਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਪ੍ਰਭਾਵ ਪਊ। ਇੱਕ ਹੋਰ ਗੱਲ ਕਹੀ ਜਾਂਦੀ ਆ ਬਈ ਯੂਪੀ ਦੀਆਂ ਵੋਟਾਂ ਦਾ ਜਿਵੇਂ ਲਾਸਟ ਚਰਨ 7 ਤਰੀਕ ਨੂੰ ਨਿਕਲਦਾ, ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਆਊਗਾ। ਜਿਹੜੀ ਕਮਰਸ਼ੀਅਲ ਗੈਸ ਵੀ ਆ ਉਹ ਵੀ ਮਹਿੰਗੀ ਹੋ ਰਹੀ ਆ। ਇਹਦੇ ਵਿੱਚ ਕੀ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ? ਦੇਖੋ ਕਿ ਜਿਹੜੇ ਮੇਨ ਤੌਰ ਦੇ ਉੱਤੇ ਗੈਸ ਦਾ ਸੋਮਾ ਹੈਗਾ, ਚਾਹੇ ਉਹ ਪੂਰੀ ਦਾ ਪੂਰਾ ਸੈਂਟਰਲ ਯੂਰਪ ਹੈ, ਰੂਸ ਹੈ,
ਉਹਨਾਂ ਕੋਲ ਤਾਂ ਰਿਸੋਰਸਸ ਬਹੁਤ ਹੈਗੇ ਨੇ। ਜੀ। ਹੁਣ ਜਦੋਂ ਜੋ ਹਾਲਾਤ ਬਣ ਰਹੇ ਨੇ ਉਹਦੇ ਨਾਲ ਤਾਂ ਨੇਚਰਲੀ ਆ ਕਿ ਉਹ ਚੀਜ਼ਾਂ ਦੇ ਵਿੱਚ ਜਿਹੜੀ ਆ ਇਸ ਲਈ ਤਾਂ ਮੇਨ ਤੌਰ ਦੇ ਉੱਤੇ ਸਾਡੀਆਂ ਜਿਹੜੀਆਂ ਕੀਮਤਾਂ ਨੇ, ਪ੍ਰਾਈਸਸ ਨੇ, ਉਹ ਸਾਡੇ ਹੀ ਸਿਰਫ ਡਿਮਾਂਡ ਤੇ ਸਪਲਾਈ ਦੇ ਜੋ ਇੱਕ ਤਰਜ ਹੈ ਉਹਦੇ ਨਾਲ ਨਿਰਧਾਰਿਤ ਨਹੀਂ ਹੁੰਦੀਆਂ। ਉਹਨਾਂ ਦੀਆਂ ਕੀਮਤਾਂ ਵਿਸ਼ਵ ਦੇ ਵਿੱਚ ਕਿਸ ਤਰ੍ਹਾਂ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਆ, ਕਿਸ ਤਰ੍ਹਾਂ ਆਰਥਿਕਤਾ ਪ੍ਰਭਾਵਿਤ ਹੁੰਦੀ ਆ, ਉਹਦੇ ਨਾਲ ਵੀ ਕੀਮਤਾਂ ਦੇ ਉੱਤੇ ਅਸਰ ਪੈਂਦਾ ਹੈਗਾ। ਲੇਕਿਨ ਫਿਰ ਵੀ ਬਹੁਤ ਲੈਵਲ ਉੱਤੇ ਜਦੋਂ ਕਿ ਵਿਸ਼ਵ 'ਚ ਕੱਚੇ ਤੇਲ ਦੀ ਪ੍ਰਾਈਸ ਜਿਹੜੀ ਸੀਗੀ ਉਹ ਬੜੀ ਘੱਟ ਸੀਗੀ, ਤਾਂ ਸਾਡੇ ਲੈਵਲ ਦੇ ਉੱਤੇ ਸਾਨੂੰ ਵੀ ਉਹ ਉਸੇ ਹਿਸਾਬ ਨਾਲ ਮਿਲਦਾ ਸੀ। ਪਰ ਸਾਡਾ ਜਿਹੜਾ ਰਿਫਾਈਨਡ ਜਦੋਂ ਅਸੀਂ ਪੈਟਰੋਲ ਲੈਂਦੇ ਆ ਜਾਂ ਡੀਜ਼ਲ ਲੈਂਦੇ ਆ, ਉਹਦੀਆਂ ਕੀਮਤਾਂ ਬਾਕੀ ਦੇਸ਼ਾਂ ਦੇ ਨਾਲੋਂ ਕੁਝ ਜ਼ਿਆਦਾ ਰਹੀਆਂ ਨੇ। ਬਿਲਕੁਲ। ਉਹਦੇ ਬਾਰੇ ਰੌਲਾ ਪੈਂਦਾ ਰਿਹਾ ਕਿਉਂ ਇਦਾਂ ਹੈਗੀ ਆ। ਹੁਣ ਜਦੋਂ ਇਸ ਹਾਲਾਤ ਬਣੇ ਨੇ, ਇੱਕ ਹੋਰ ਹਾਲਾਤ ਬਣ ਸਕਦੇ ਨੇ ਉਹਦੇ 'ਚ, ਅਗਰ ਯੂਰਪੀਅਨ ਦੇਸ਼ਾਂ ਦੇ ਨਾਲ ਜਿਹੜਾ ਕਿ ਹਮੇਸ਼ਾ ਹੀ ਸਾਨੂੰ ਹੁਣ ਤੱਕ ਇਹ ਸਮਝਦਾ ਰਿਹਾ ਸੀ ਕਿ ਭਾਰਤ ਜਿਹੜਾ ਹੈਗਾ ਉਹ ਇੱਕ ਵਧੀਆ ਗਲੋਬਲਾਈਜ਼ਿੰਗ ਮੁਲਕ ਹੈਗਾ, ਨਿਊ ਲਿਬਰਲ ਰਿਫਾਰਮਸ ਇੱਥੇ ਹੋ ਰਹੇ ਆ, ਸਾਡੀ ਉਹ ਹਮੇਸ਼ਾ ਹੀ ਬਾਂਹ ਮਰੋੜਦਾ ਸੀ ਜੀ। ਅਮਰੀਕਾ ਦਾ, ਵਾਸ਼ਿੰਗਟਨ ਡੀਸੀ ਵਾਲਾ, ਵੀ ਤੁਸੀਂ ਆਪਣੇ ਕਿਸਾਨਾਂ ਨੂੰ ਸਬਸਿਡੀਜ਼ ਨਾ ਦਿਓ, ਬਿਲਕੁਲ। ਤੁਸੀਂ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਦੇ ਪਾਵਰ ਬਿਜਲੀ ਜਿਹੜੀ ਮੁਫਤ ਕੀਤੀ ਹੈ ਇਹ ਨਾ ਕਰੋ। ਉਹੀ ਰੌਲਾ ਪਾ ਰਿਹਾ। ਤੁਸੀਂ ਇਹਨਾਂ ਦੀ ਜਿਹੜੀ ਇਹ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਤਾਂ ਹੀ ਸਾਡੇ ਜ਼ੋਰ ਆ ਕਿ ਸਾਨੂੰ ਜਦੋਂ ਉੱਥੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾ ਕੇ ਸਾਡੇ ਬੰਦੇ ਜਾਂਦੇ ਨੇ ਉਹਨਾਂ 'ਤੇ ਪ੍ਰੈਸ਼ਰ ਪੈਂਦਾ ਹੈਗਾ ਵੀ ਤੁਸੀਂ ਕਿਉਂ ਨਹੀਂ, ਉਹ ਸਾਨੂੰ ਉਹੀ ਕਹਿ ਰਿਹਾ ਕਿ ਤੁਸੀਂ ਅੰਨ ਨਾ ਉਗਾ ਕੇ ਦਾਲਾਂ ਉਗਾਓ, ਬਿਲਕੁਲ। ਜਿਹੜੀ ਜਾਂ ਹੋਰ ਚੀਜ਼ਾਂ ਉਗਾਓ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਹੈਗੀਆਂ। ਉਹ ਸਾਨੂੰ ਮਜਬੂਰ ਕਰ ਰਿਹਾ। ਅਤੇ ਹੁਣ ਜਿਹੜੇ ਹਾਲਾਤ ਹੋਣੇ ਆ ਇਹਦੇ ਰੂਸ ਦੇ ਹਾਲਾਤਾਂ ਦੇ ਨਾਲ ਯੂਕਰੇਨ ਤੋਂ ਬਾਅਦ ਜਦੋਂ ਉੱਥੇ ਪੋਜੀਸ਼ਨ ਚੇਂਜ ਹੋਈ, ਚਾਈਨਾ ਸਟਰੋਂਗ ਹੋਇਆ, ਘੱਟੋ ਘੱਟ ਅਮਰੀਕਾ ਤਾਂ ਸਾਨੂੰ ਫਿਰ ਉਹ ਨਹੀਂ ਕਹੂਗਾ ਵੀ ਤੁਸੀਂ ਸਬਸਿਡੀਆਂ ਨਾ ਦਿਓ। ਬਿਲਕੁਲ। ਸਾਨੂੰ ਕਹੇਗਾ ਨਹੀਂ ਤੁਸੀਂ ਬਿਜਲੀ ਮੁਫਤ ਨਾ ਦਿਓ। ਅਸੀਂ ਸੋਚਣਾ ਦੇਣੀ ਕਿ ਨਹੀਂ ਦੇਣੀ ਹੈਗੀ। ਸਾਨੂੰ ਬਾਰ-ਬਾਰ ਮਜਬੂਰ ਕਰਦਾ ਵੀ ਤੁਸੀਂ ਇੱਦਾਂ ਕਰੋ। ਜੇ ਤੁਸੀਂ ਉਹ ਜਿਹੜੀ ਡੰਕਲ ਡਰਾਫਟ ਹੈਗਾ ਉਰੋਗੇਰ, ਚਲੋ ਉਹ ਚੀਜ਼ਾਂ ਬਾਤਾਂ ਉਹ ਥੋੜ੍ਹੀਆਂ ਡਿਟੇਲ 'ਚ ਹੈ ਮੈਂ, ਕਿਉਂਕਿ ਸਾਡੀ ਜਿਹੜੀ ਰੀਡਲ ਹਾਂ ਉਹ ਉੱਤਰ ਬੜੀਆਂ ਇੰਟਰਸਟਿੰਗ ਆ ਉਹ ਸਾਰਾ। ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਉਰੂਗੇ ਰੋਨਸ ਕਿਵੇਂ ਹੋਈਆਂ, ਉੱਥੇ ਡੰਕਲ ਪ੍ਰਪੋਜ਼ਲ ਕੀ ਸੀਗਾ। ਜੇ ਹੁਣ ਦੇਖੀਏ ਜੋ ਕੁਛ ਹੋ ਰਿਹਾ ਐਗਜ਼ੈਕਟਲੀ ਜੋ ਸੋਚਿਆ ਗਿਆ ਉੱਦਾਂ ਹੋ ਰਿਹਾ। ਅੱਛਾ ਜੀ। ਦੱਸਿਆ ਜਾਂਦਾ ਸੀ ਵੀ ਇਹ ਹੋਣਾ। ਜੇ ਤੁਸੀਂ ਉਹ ਪ੍ਰਪੋਜ਼ਲਾਂ ਪੜ੍ਹ ਲਵੋ ਤੁਹਾਨੂੰ ਹੁਣ ਦੇਖੋਗੇ ਤੁਹਾਨੂੰ ਲੱਗਦਾ ਇਹ ਤਾਂ ਬਿਲਕੁਲ ਜਿੱਦਾਂ ਫਰਮਾਂ ਰੱਖ ਕੇ ਬਣਾਇਆ ਹੁੰਦੀ ਹੈ ਪਾਲਿਸੀ, ਇੱਦਾਂ ਲੱਗਦੀਆਂ ਨੇ। ਉਹਨਾਂ ਦਾ ਜ਼ੋਰ ਪੈਂਦਾ ਸੀਗਾ। ਇਸ ਕਰਕੇ ਇਸ ਹਾਲਾਤ ਦੇ ਨਾਲ ਮੈਂ ਇਹਨੂੰ ਬਹੁਤ ਹੀ ਸੌਖੇ ਸ਼ਬਦਾਂ 'ਚ ਕਹਾਂਗਾ, ਇਸ ਲੜਾਈ ਤੋਂ ਬਾਅਦ ਕੌਣ ਜੇਤੂ ਆ, ਕੌਣ ਹਾਰਦਾ ਹੈਗਾ, ਉਸ ਤੋਂ ਇਲਾਵਾ ਜਿਹੜੀ ਵਿਸ਼ਵ ਦੀ ਇੱਕ ਆਰਥਿਕ ਰੂਪ ਰੇਖਾ ਹੈ ਜਿਹਦੇ ਰਾਹੀਂ ਜੋ ਉਹ ਐਲਗੋਰਿਦਮ ਰਾਹੀਂ ਇਹ ਵਿਸ਼ਵ ਨੂੰ ਆਰਥਿਕ ਤੌਰ ਦੇ ਉੱਤੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਬੜੀ ਚੇਂਜ ਹੋਏਗੀ। ਕਿਉਂਕਿ ਚਾਈਨਾ ਨੇ ਤਾਂ ਪਹਿਲਾਂ ਕਹਿ ਦਿੱਤਾ ਅਸੀਂ ਆਪਣਾ ਜਵਾਨ ਕੱਢਾਂਗੇ, ਸਾਨੂੰ ਡਾਲਰ ਦੀ ਲੋੜ ਹੀ ਨਹੀਂ। ਜੀ ਜੀ। ਅਤੇ ਇਸ ਕਰਕੇ ਜੇ ਇੱਕ ਬੜਾ ਵਧੀਆ ਸਿਸਟਮ ਬਣਦਾ ਉਹਦੇ 'ਚ ਜੇ ਚਾਈਨਾ, ਰੂਸ ਅਤੇ ਇੰਡੀਆ ਇਹ ਤਿੰਨ ਬੜੀਆਂ ਸ਼ਕਤੀਆਂ ਵੱਡੀਆਂ ਨੇ, ਜੇ ਕਿਤੇ ਇਕੱਠੀਆਂ ਹੋ ਜਾਂਦੀਆਂ, ਉਹ ਯੂਰੇਸ਼ੀਆ ਹੈਗਾ, ਇਹ ਦੋ ਏਸ਼ੀਅਨ ਪਾਵਰ ਹੈਗੀਆਂ। ਤਾਂ ਬਹੁਤੇ ਸਕਾਲਰ ਹਾਰਵਰਡ 'ਚ ਬੈਠ ਕੇ ਗੱਲ ਕਰਦੇ ਆ ਕਿ ਜਿਹੜੀ 21ਵੀਂ ਸਦੀ ਆ ਇਹ ਏਸ਼ੀਅਨ ਸੈਂਚੁਰੀ ਹੈਗੀ ਆ। ਜੀ। ਜਿਹੜੀ ਨਵੀਂ ਸੈਂਚੁਰੀ ਏਸ਼ੀਅਨ ਸੈਂਚੁਰੀ ਆ। ਤਾਂ ਯੂਰਪ ਦਾ ਸਮੇਂ ਹੁਣ ਉਹਦਾ ਸਮੇਂ ਪੁੱਗ ਚੁੱਕਾ ਹੈਗਾ, ਉਹਦਾ ਸਮੇਂ ਨਿਕਲ ਚੁੱਕਾ ਹੈਗਾ। ਉਹਨਾਂ ਨੇ ਯੂਰਪ ਦਾ ਜਿਹੜਾ ਸਮੇਂ ਸੀਗਾ ਉਹ ਮੁੱਖ ਤੌਰ ਦੇ ਉੱਤੇ ਕੀ ਸਮੇਂ ਸੀਗਾ, ਵੱਧ ਤੋਂ ਵੱਧ ਜਿਹੜੀਆਂ ਕਲੋਨੀਆਂ ਉਹਨਾਂ ਨੇ ਬਣਾਈਆਂ, ਇਹ ਜਿਹੜੇ ਏਸ਼ੀਆ ਅਤੇ ਅਫਰੀਕਾ ਦੇ ਦੇਸ਼ ਸੀਗੇ ਉਹਨਾਂ ਤੋਂ ਜਿੰਨੀ ਵੱਧ ਤੋਂ ਵੱਧ ਲੁੱਟ ਕੀਤੀ। ਜੀ। ਇੰਗਲੈਂਡ ਦੇ ਤਾਂ ਇੰਡੀਆ ਤੋਂ 45 ਟ੍ਰਿਲੀਅਨ ਡਾਲਰ ਪਾਉਂਡ ਦੀ ਜਿਹੜੀ ਹੈਗੀ ਆ ਇੱਥੋਂ ਲੁੱਟ ਕੀਤੀ ਆ। ਜਿਉਂ ਬੈਟਲ ਆਫ ਪਲਾਸੀ ਤੋਂ ਬਾਅਦ ਆਏ ਆ 1947 ਤੱਕ, ਉਹ ਇੱਥੋਂ ਭਰ ਕੇ ਜਹਾਜ਼ ਜਾਂਦੇ ਰਹੇ ਆ। ਇੱਦਾਂ ਹੁਣ ਨਾ ਮੁਲਕਾਂ 'ਚ ਜਾਂਦੇ ਰਹੇ। ਉਹਨਾਂ ਦੀ ਕੋਈ ਤਰੱਕੀ ਜਿਹੜੀ ਸੀਗੀ ਉਹ ਮੇਨ ਤਰੱਕੀ ਕੋਈ ਉਹਨਾਂ ਦੀ ਆਪਣੇ ਕਰਕੇ ਥੋੜ੍ਹੀ ਹੋਈ ਆ। ਉਹਨਾਂ ਦੀ ਤਰੱਕੀ ਦੇ ਇੱਕੋ ਕਾਰਨ ਸੀਗਾ, ਸੱਤ ਹੋ ਗਿਆ। ਲੇਕਿਨ ਇੱਕ ਫੈਕਟਰ ਹੈ, ਉਹਨਾਂ ਨੇ ਇੱਥੋਂ ਪੈਸਾ ਲਿਆ ਕੇ ਜ਼ਿਆਦਾ ਰਿਸਰਚ ਐਂਡ ਡਿਵੈਲਪਮੈਂਟ 'ਚ ਲਗਾ ਦਿੱਤਾ। ਜਦੋਂ R&D 'ਚ ਲਗਾਇਆ ਉਹਨਾਂ ਦੀਆਂ ਯੂਨੀਵਰਸਿਟੀਆਂ ਵਧੀਆ ਹੋ ਗਈਆਂ, ਉੱਥੇ ਵਧੀਆ ਆਲਾ ਦਿਮਾਗ ਆ ਗਏ, ਉਹਨਾਂ ਨੇ ਨਵੀਆਂ ਤਕਨੀਕਾਂ ਕੱਢ ਲਈਆਂ, ਉਹਦੇ ਨਾਲ ਉਹ ਤਰੱਕੀ ਜ਼ਿਆਦਾ ਕਰ ਗਏ। ਅਸੀਂ ਪਿੱਛੇ ਰਹਿ ਗਏ। ਸਾਨੂੰ ਹੁਣ ਜਿਹੜੀ ਹੈਗੀ ਆ ਉਹ ਜਿਹੜੀ ਨਵੀਂ ਤਰੱਕੀ ਹੈਗੀ ਆ ਸਾਨੂੰ ਆਪ ਦੇਖਣਾ ਪਊਗਾ ਕਿ ਸਾਨੂੰ ਕਿਵੇਂ। ਰੂਸ ਨੇ ਕਿਹਾ ਸੀਗਾ ਜੇ ਤੁਸੀਂ ਤਰੱਕੀ ਕਰਨੀ ਆ ਤੁਹਾਨੂੰ ਬਾਹਰੋਂ ਹਥਿਆਰ ਨਹੀਂ ਲਿਆ ਕੇ ਤਰੱਕੀ ਕਰ ਸਕਦੇ, ਤੁਸੀਂ ਉਹਨਾਂ ਹਥਿਆਰਾਂ ਨਾਲ ਕਿਸੇ ਆਪਣੇ ਜਿੱਥੋਂ ਮੁਲਕ ਤੋਂ ਹਥਿਆਰ ਲੈਂਦੇ ਆ ਤੁਸੀਂ ਉਹਦੇ ਵਿੱਚ ਹਥਿਆਰਾਂ ਨਾਲ ਉਹਨੂੰ ਨਹੀਂ ਹਰਾ ਸਕਦੇ। ਉਹਨੇ ਕਿਹਾ ਇਹ ਜੁੱਧ ਤੁਸੀਂ ਹੋਰ ਲੈਣ ਦਿਓ ਸ਼ੁਰੂ, ਜਿਹੜੇ ਮੇਰੇ ਕੋਲ ਹਥਿਆਰ ਵਾ ਤੁਸੀਂ ਦੇਖੋਗੇ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਹਥਿਆਰ ਕੀ ਹੈਗੇ ਆ। ਉਹਨੇ ਕਿਹਾ ਉਹ